ਪੰਜਾਬ ਟੁਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਸਾਡੀ ਐਕਸਕਲੂਸਿਵ ਟਾਕ ਸ਼ੋ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਟੁਡੇ ਵਿਲ ਟਾਕ ਅਬਾਊਟ ਸਮ significant announcements made in Punjab and about Russia-Ukraine war. ਸਾਡੇ ਨਾਲ ਮੌਜੂਦ ਨੇ founder and CEO of Punjab Today channel Vishal Sood sir. ਸਤਿ ਸ਼੍ਰੀ ਅਕਾਲ sir. Thank you, welcome. Sir, Center tells Punjab to keep check on misuse of rural development fund and make sure that funds are used for development purposes only. What do you think about the same? I think ਵਧੀਆ ਉਪਰਾਲਾ ਡਿਸਪਲਿਨ ਫਾਈਨੈਂਸ਼ੀਅਲ ਡਿਸਪਲਿਨ ਹੋਏਗਾ ਤੇ ਉਹਦੇ ਚ ROI ਜ਼ਿਆਦਾ ਆਏਗੀ। ਜਿਹੜਾ ਫੰਡ ਤੁਹਾਨੂੰ ਡਿਵੈਲਪਮੈਂਟ ਨਹੀਂ ਮਿਲਿਆ, ਕਈ ਵਾਰੀ ਸਾਡੀਆਂ ਪ੍ਰੀਵੀਅਸ ਪੰਜਾਬ ਗਵਰਨਮੈਂਟਸ ਕੀ ਕਰਦੀਆਂ ਰਹੀਆਂ ਨੇ ਤੇ ਆਈ ਐਮ ਸ਼ੋਰ ਕਿ ਇਹਨੂੰ ਨੈਗੇਟਿਵਲੀ ਨਾ ਲਿੱਤਾ ਜਾਵੇ। ਇਟ ਇਜ਼ ਜਸਟ ਟੂ ਬ੍ਰਿੰਗ ਇਨ ਫਾਈਨੈਂਸ਼ੀਅਲ ਡਿਸਪਲਿਨ। ਡਿਸਪਲਿਨ ਤੁਹਾਨੂੰ ਫਰੀडम ਦੇਗਾ। ਜਿਹੜਾ ਪੈਸਾ ਡਿਵੈਲਪਮੈਂਟ ਲਈ ਆਇਆ, ਜੇ ਤੁਸੀਂ ਡਿਸਪਲਿਨਡ ਹੋ ਗਏ ਆਪਣੀ ਇਮੀਡੀਏਟ ਨੀਡ ਲਈ ਕਿ ਕੁਝ ਗ੍ਰਾਂਟਾਂ ਲਈ ਜਾਂ ਹੋਰ ਚੀਜ਼ਾਂ ਲਈ ਉਹਨੂੰ ਆਪਣੇ ਜਾਂ ਪੋਲੀਟੀਕਲ ਮਾਈਲਸਟੋਨ ਅਚੀਵ ਕਰਨ ਲਈ ਨਾ ਖਰਚੋ ਤੇ ਲੌਂਗ ਟਰਮ ਉਹਨਾਂ ਨੂੰ ਡਿਵੈਲਪਮੈਂਟ ਤੇ ਖਰਚੋ ਤੇ ਉਹਦੀ ROI ਤੁਹਾਨੂੰ ਜ਼ਿਆਦਾ ਆਏਗੀ। ਤੇ ਜਿਹੜਾ ਪੈਸਾ ਜਿਸ ਚੀਜ਼ ਲਈ ਆਇਆ ਉਸ ਲਈ ਵਰਤਿਆ ਜਾਂਦਾ ਤੇ ਉਹਦੇ ਨਾਲ ਇੱਕ ਨਾ ਕ੍ਰੈਡੀਬਿਲਿਟੀ ਵੱਧਦੀ ਹੈ, ਉਹਦੇ ਨਾਲ ਪੈਸੇ ਦੀ ਯੂਟਿਲਾਈਜੇਸ਼ਨ ਜ਼ਿਆਦਾ ਹੁੰਦੀ ਹੈ। ਸੋ ਬੇਸਿਕਲੀ if you have asked money from the government, central government for certain development projects, if we develop, ਉਹਦਾ ਤੁਸੀਂ ਦੱਸਿਆ ਹੁੰਦਾ ਕਿ ਇਹਦੇ ਨਾਲ ਇਹ ਆਊਟਕਮ ਆਏਗੀ। when you show that outcome you get more funds around that। ਫਿਰ ਉੱਚੋ ਜਿਹੜੀ ਜਿਹੜਾ ਪੂਰੀ ਸੋਸਾਇਟੀ ਨੂੰ ਬੈਨੀਫਿਟ ਹੋਣਾ ਜਾਂ ਪੰਜਾਬ ਨੂੰ ਬੈਨੀਫਿਟ ਹੋਣਾ ਉਹ ਵੀ ਹੁੰਦਾ। ਅਦਰਵਾਈਜ਼ ਕਈ ਵਾਰੀ ਪ੍ਰੀਵੀਅਸ ਗਵਰਨਮੈਂਟਸ ਕੀ ਕਰਦੀਆਂ ਆਈਆਂ ਨੇ ਕਿ ਬਈ ਪੈਸਾ ਲਿੱਤਾ ਹੈ ਕੋਈ ਇਨਫਰਾਸਟਰਕਚਰ ਬਣਾਉਣ ਲਈ, ਪਰ ਉਸ ਤੋਂ ਬਾਅਦ ਉਹਦੀਆਂ ਸਿਰਫ ਤਨਖਾਹਾਂ ਦੇਤੀਆਂ ਜਾਂ ਏਰੀਅਰ ਦੇ ਦਿੱਤੇ ਜਾਂ ਕੋਈ ਹੋਰ ਐਕਟੀਵਿਟੀ ਕਰ ਲਈ, ਕੋਈ ਪ੍ਰੋਮੋਸ਼ਨਲ ਐਕਟੀਵਿਟੀ 'ਚ ਕਰਤਾ। ਮੈਂ ਹੁਣ ਪ੍ਰੋਮੋਸ਼ਨਲ ਐਕਟੀਵਿਟੀ ਮੈਨੂੰ ਯਾਦ ਹੈ ਕਿ ਲਾਸਟ ਟਾਈਮ ਤੁਸੀਂ ਵੇਖਿਆ ਹੋਏਗਾ ਇਲੈਕਸ਼ਨ ਤੋਂ ਜਸਟ ਪਹਿਲਾਂ ਕਾਂਗਰਸ ਗਵਰਨਮੈਂਟ ਨੇ ਹਰ ਥਾਂ 'ਤੇ ਪ੍ਰੋਮੋਸ਼ਨਲ ਐਕਟੀਵਿਟੀ ਕੀਤੀ ਸੀ। 5 ਮਿੰਟ ਦੀ ਐਡ ਚੱਲਦੀ ਪਈ ਸੀ। ਆਪਾਂ ਤੇ ਕਹਿੰਦੇ ਵੀ ਕਿ ਮਿਊਜ਼ਿਕ ਅਵਾਰਡ 'ਚ ਚੰਨੀ ਜੀ ਨੂੰ ਅਵਾਰਡ ਮਿਲਣਾ, ਆਪਾਂ ਇਹ ਗੱਲ ਵੀ ਕੀਤੀ ਸੀ ਨਾ। ਹੂ ਇਜ਼ ਗੋਇੰਗ ਟੂ ਪੇ ਦੋਜ਼ ਬਿਲਸ? ਜੀ ਉਹ ਬਿੱਲ ਗਵਰਨਮੈਂਟ ਨੇ ਦੇਣੇ ਨਾ, ਗਵਰਨਮੈਂਟ ਡਿਫਾਲਟ ਨਹੀਂ ਕਰ ਸਕਦੀ। ਹੁਣ ਇਸ ਕਰਕੇ ਇਹ ਡਿਸਪਲਿਨ ਹੋਣਾ ਕਿ ਕਿਹੜੇ ਪੈਸੇ ਕਿਸ ਪਰਸੈਂਟੇਜ ਕਿਵੇਂ ਰੈਸ਼ਨਲਾਈਜ਼ ਕਰਨੇ ਨੇ, ਮਨ ਮਰਜ਼ੀ ਨਹੀਂ ਹੋਣੀ ਚਾਹੀਦੀ। ਠੀਕ ਹੈ, ਯੂ ਆਰ ਦੀ ਚੀਫ ਐਗਜ਼ੈਕਟਿਵ ਆਫ ਆਰ ਸਟੇਟ, CM is the chief executive of the state, ਉਹਨਾਂ ਕੋਲ ਪਾਵਰ ਅਥਾਰਟੀ ਫਰੀडम ਹੋਣੀ ਚਾਹੀਦੀ ਹੈ ਬਿਕੋਜ਼ ਹੀ ਹੈਜ਼ ਬੀਨ ਇਲੈਕਟਡ। ਬਟ ਐਟ ਦੀ ਸੇਮ ਟਾਈਮ ਕੁਛ ਤੇ ਸਿਸਟਮ ਹੋਣੇ ਚਾਹੀਦੇ ਉਸ 'ਤੇ ਡਿਸਪਲਿਨ ਰੱਖਣ ਲਈ। ਤੇ ਇਹ ਇੱਕ ਮੈਨੂੰ ਲੱਗਦਾ ਐਕਸਪੈਕਟੇਸ਼ਨ ਬੜੀ ਫੇਅਰ ਹੈ, ਇਹ ਹੋਣੀ ਵੀ ਚਾਹੀਦੀ ਹੈ ਕਿ ਜਿਹੜੇ ਫੰਡਸ ਜਿਸ ਪਰਪਸ ਲਈ ਆਏ ਨੇ ਉਹਦੇ ਲਈ ਯੂਟਿਲਾਈਜ਼ ਹੋਣ। ਪੰਜਾਬ ਨੂੰ ਉਹਦੇ 'ਚ ਜ਼ਿਆਦਾ ਬੈਨੀਫਿਟ ਹੈ। ਇਟ ਇਜ਼ ਨਾਟ ਟਰਾਈਂਗ ਟੂ ਇੰਪੋਜ਼ ਸਮਥਿੰਗ ਔਨ ਪੰਜਾਬ। ਜੀ ਸਰ, ਇਸ ਦੇ ਨਾਲ ਹੀ ਐਕਸਟੈਂਡਿੰਗ ਡੇਲੀ ਹੈਲਥ ਮਾਡਲ ਟੂ ਪੰਜਾਬ, ਆਪ ਗਵਰਨਮੈਂਟ ਵੱਲੋਂ 16,000 ਮਹੱਲਾ ਕਲੀਨਿਕ ਸੈਟਅਪ ਕਰਨ ਦੇ ਨਾਲ ਸਟੇਟ ਪ੍ਰੈਜ਼ੀਡੈਂਟ ਨੂੰ ਹੈਲਥ ਕਾਰਡ ਪ੍ਰੋਵਾਈਡ ਕਰਾਉਣਾ ਫ੍ਰੀ ਮੈਡੀਕਲ ਟ੍ਰੀਟਮੈਂਟ ਲਈ, ਇਸ ਖੇਤਰ ਦੇ ਵਿੱਚ ਇਹ ਕਿੰਨਾ ਵੱਡਾ ਉਪਰਾਲਾ ਸਾਬਤ ਹੋ ਸਕਦਾ? I think this could be game changer, ਪਰ ਇਹਦੇ ਨਾ ਫਾਈਨ ਟਿਊਨ ਡਿਟੇਲ 'ਚ ਡਿਸਕਸ਼ਨ ਕਰਦੇ ਹਾਂ। ਦੇਖੋ, ਹੈਲਥ ਕਾਰਡ, ਇੰਸ਼ੋਰੈਂਸ, ਸਾਰੀਆਂ ਸਕੀਮ ਸੈਂਟਰਲ ਗਵਰਨਮੈਂਟ ਦੀਆਂ ਆਲਰੇਡੀ ਚੱਲਦੀਆਂ ਪਈਆਂ। ਇਹ ਸਾਰਾ ਕੁਝ ਉਹਦੇ ਸਿੰਕ ਵਿੱਚ ਕਰੋ। ਠੀਕ ਹੈ, ਯੂ ਟੇਕ ਕ੍ਰੈਡਿਟ ਉਹਦੇ ਸਿੰਕ 'ਚ ਕਰੋ, ਉਹਨੂੰ ਲੀਵਰੇਜ ਕਰੋ। ਹੁਣ ਮੈਂ ਇੱਕ ਸਿੰਪਲ ਜੀ ਬੈਕ ਆਫ ਦੀ ਹੈਂਡ ਕੈਲਕੂਲੇਸ਼ਨ ਕਰਦਾ ਭਾਈ। ਸਾਡੇ ਪੰਜਾਬ ਦਾ ਏਰੀਆ ਹੈਗਾ 52,000 ਸਕੁਅਰ ਕਿਲੋਮੀਟਰ ਜੀ। 16,000 ਮਤਲਬ ਹਰ 3 ਸਕੁਅਰ ਕਿਲੋਮੀਟਰ ਦੇ ਪਿੱਛੇ ਇੱਕ ਤੁਸੀਂ ਚਾਹੁੰਦੇ ਹੋ। ਹੁਣ 52,000 ਦੇ ਵਿੱਚੋਂ ਵੀ 80% ਏਰੀਆ ਸਾਡਾ ਅੰਡਰ ਐਗਰੀਕਲਚਰ ਆਉਂਦਾ ਹੈ, ਰਾਈਟ। ਬਾਕੀ ਕਿੰਨਾ ਏਰੀਆ ਰਹਿ ਗਿਆ? 20% ਏਰੀਆ ਰਹਿ ਗਿਆ ਵਿਚ ਇਜ਼ ਸਮਥਿੰਗ ਤੁਸੀਂ ਮੰਨ ਲਓ 10,000 ਸਕੁਅਰ ਕਿਲੋਮੀਟਰ ਜਿੱਥੇ ਲੋਕੀ ਰਹਿੰਦੇ ਨੇ, ਹੈ ਨਾ। ਹੁਣ ਇੱਕ ਹਰ ਸਕੁਅਰ ਕਿਲੋਮੀਟਰ ਦੇ ਉੱਤੇ 1.5 ਤੁਸੀਂ ਮੁਹੱਲਾ ਕਲੀਨਿਕ ਖੋਲ੍ਹਣਾ ਚਾਹੁੰਦੇ ਹੋ। ਓਵਰਡੂ ਨਾ ਕਰਦੀ ਹੈ। ਸਾਡੇ ਕੋਲ ਲਿਮਿਟਿਡ ਰਿਸੋਰਸਿਸ ਨੇ। 16,000 ਦੀ ਰੈਸ਼ਨਲਾਈਜੇਸ਼ਨ ਸਮਝਣਾ ਬੜਾ ਜ਼ਰੂਰੀ ਹੈ। ਨੰਬਰ ਬੜਾ ਸੋਹਣਾ ਸਾਊਂਡ ਕਰਦਾ, ਡੂ ਵੀ ਨੀਡ 16,000? ਇਹ ਕੁਐਸਚਨ ਹੈ। ਸਾਡੇ ਕੋਲ ਆਲਰੇਡੀ ਸਰਟਨ ਇਨਫਰਾਸਟਰਕਚਰ ਹੈ, ਉਹਨੂੰ ਐਫੀਸ਼ੀਐਂਟ ਕਰੋ, ਉਹਨੂੰ ਯੂਟਿਲਾਈਜ਼ ਕਰੋ। ਠੀਕ ਹੈ, ਇਟਸ ਅ ਗੁੱਡ ਮਾਡਲ। ਮੁਹੱਲਾ ਕਲੀਨਿਕ ਨੇ ਕੁਝ ਹੱਦ ਤੱਕ ਸਕਸੈਸ ਵੀ ਪਾਇਆ। ਪ੍ਰਾਇਮਰੀ ਜੇ ਕੁਆਲਿਟੀ ਹੈਲਥ ਕੇਅਰ ਜਿਹੜੀਆਂ ਬੇਸਿਕ, ਜਿਵੇਂ ਬੁਖਾਰ ਹੋ ਗਿਆ, ਵਾਇਰਲ ਹੋ ਗਿਆ, ਜ਼ੁਕਾਮ ਹੋ ਗਿਆ, ਉਹਦੀ ਦਵਾਈ ਜੇ ਉੱਥੇ ਮਿਲ ਜਾਏ, ਨਥਿੰਗ ਲਾਈਕ ਦੈਟ। ਪ੍ਰਾਇਮਰੀ ਤੁਹਾਨੂੰ ਫਸਟ ਏਡ ਮਿਲ ਜੇ, ਥੋੜਾ ਬਹੁਤ ਇਲਾਜ ਹੋ ਜਾਏ, ਇਟਸ ਅ ਗੁੱਡ ਪਲੇਸ ਟੂ ਬੀ। ਬਟ 16,000 ਇਹ ਨੰਬਰ ਮੈਨੂੰ ਥੋੜਾ ਖਟਕ ਰਿਹਾ ਕਿ 16,000 ਕਿਵੇਂ ਹੋ ਗਿਆ? ਵਾਈ ਡੂ ਵੀ ਨੀਡ 16,000? ਇਹਦਾ ਡਿਟੇਲ 'ਚ ਡਾਕੂਮੈਂਟ ਪੜ੍ਹਦੇ ਹਾਂ ਕਿ ਕਿਵੇਂ ਰੈਸ਼ਨਲਾਈਜੇਸ਼ਨ ਹੈ। 16,000 ਕਿਵੇਂ ਅਨਾਊਂਸ ਕੀਤੇ ਗਏ ਨੇ, ਕਿ ਕਿਹੜੇ ਐਗਜ਼ਿਸਟਿੰਗ ਜਿਹੜੀਆਂ ਸਾਡੀਆਂ ਰਿਸੋਰਸਿਸ ਹੈਗੀਆਂ ਨੇ ਉਹਨਾਂ ਨੂੰ ਵੀ ਕੀ ਇਹਦੇ ਵਿੱਚ ਹੀ ਉਹਨਾਂ ਨੂੰ ਨਾਮ ਚੇਂਜ ਕੀਤਾ ਜਾ ਰਿਹਾ, ਕਿਹੜੇ ਆਸ਼ਾ ਵਰਕਰਸ, ਆਂਗਨਵਾੜੀ ਵਰਕਰਸ ਨੂੰ ਇਹ 'ਚ ਯੂਜ਼ ਕੀਤਾ ਜਾ ਰਿਹਾ ਹੈ, ਕਿਹੜਾ ਇਨਫਰਾਸਟਰਕਚਰ ਯੂਜ਼ ਹੋਏਗਾ, ਕਿ ਜਿਹੜੇ ਸਾਡੇ ਪ੍ਰਾਇਮਰੀ ਸਕੂਲਸ ਨੇ ਉਹਨਾਂ ਦੇ ਵਿੱਚੋਂ ਇਨਫਰਾਸਟਰਕਚਰ ਕੱਢ ਕੇ ਦਿੱਤਾ ਜਾਏਗਾ। ਲੋਟ ਆਫ ਕ੍ਰੀਏਟਿਵ ਥਿੰਕਿੰਗ ਕੀਤੀ ਜਾ ਸਕਦੀ ਹੈ ਜੀ, ਤੇ ਆਪਾਂ ਇਹਨੂੰ ਇਫੈਕਟਿਵ ਕਰ ਸਕਦੇ ਹਾਂ। ਵੇਖੋ, ਮੁਹੱਲਾ ਕਲੀਨਿਕ ਬਹੁਤ ਕੰਮ ਦੇ ਨੇ। ਜਿਹੜੇ ਲੋਅਰ ਮਿਡਲ ਕਲਾਸ ਜਾਂ ਲੋਅਰ ਗਰੀਬ ਤਬਕੇ ਦੇ ਲੋਕੀ ਨੇ, ਉਹਨਾਂ ਨੂੰ ਫ੍ਰੀ 'ਚ ਹਾਈ ਕੁਆਲਿਟੀ ਦਵਾਈ ਮਿਲ ਜੇ, ਗੇਮ ਚੇਂਜਰ ਹੁੰਦਾ। ਕਈ ਵਾਰੀ ਇੱਕ ਜਿਹੜੇ ਲੋਕਾਂ ਕੋਲ ਆਪਣੀ ਫਾਈਨੈਂਸ਼ੀਅਲ ਸਿਕਿਉਰਿਟੀ ਨਹੀਂ ਹੈਗੀ, ਇੱਕ ਬਿਮਾਰੀ ਪੂਰੇ ਘਰ ਦੇ ਬੱਚਿਆਂ ਦੀ ਪੜ੍ਹਾਈ ਖਤਮ ਕਰ ਦਿੰਦੀ ਹੈ ਜੀ। ਜਿਨ੍ਹਾਂ ਨੇ ਰੋਜ਼ ਦਿਹਾੜੀ ਤੋਂ ਪੈਸੇ ਕਮਾਣੇ ਨੇ,
पेरेंट्स या कोई भी एक बंदा कमाऊ बंदा फैमिली ਦਾ ਮਹੀਨੇ ਲਈ 2 ਮਹੀਨੇ ਲਈ ਬਿਮਾਰ ਹੋ ਜਾਏ ਪੂਰਾ ਦਾ ਪੂਰਾ ਕਰਕੇ ਕਿਸੇ ਦੇ ਇੰਜਰੀ ਹੋ ਜਾਏ ਜਿਹੜਾ ਬੰਦਾ ਮਜ਼ਦੂਰੀ ਕਰਦਾ ਅੱਜ ਉਹਦੇ ਬੈਕ ਇੰਜਰੀ ਹੋ ਜਾਏ ਉਹ ਕਿਵੇਂ ਭਾਰ ਚੁੱਕੇਗਾ ਉਹਦਾ ਤੇ ਕੰਮ ਹੀ ਖਤਮ ਉਹਦੇ ਕੋਲ ਕੋਈ ਇੰਸ਼ੋਰੈਂਸ ਨਹੀਂ ਹੈ ਤੇ ਮੈਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਦੀ ਲੋੜ ਹੈ ਕਿ ਜਦੋਂ ਇੱਕ ਇਹੋ ਜਿਹੀ ਪਾਲਿਸੀ ਦੀ ਵੀ ਲੋੜ ਹੈ ਕਿ ਜਿਹੜਾ ਬੰਦਾ ਦਿਹਾੜੀ ਤੇ ਕੰਮ ਕਰਦਾ ਪਿਆ ਹੈ ਉਹਦੇ ਜੇ ਇੰਜਰੀ ਹੁੰਦੀ ਹੈ ਜਾਂ ਉਹ ਕੰਮ ਤੇ ਨਹੀਂ ਜਾ ਪਾਉਂਦਾ ਉਹਦੀ ਵੀ ਇੰਸ਼ੋਰੈਂਸ ਹੋਵੇ ਉਹ ਪਾਲਿਸੀਜ਼ ਆਈਆਂ ਨੇ ਵਧੀਆ ਤਰੀਕੇ ਨਾਲ ਇੰਪਲੀਮੈਂਟ ਕੀਤੀਆਂ ਜਾਣ ਦੈਟ ਇਜ਼ ਦ ਨੀਡ ਜੀ ਸਰ So, Forest and Civil Supplies Minister Lal Chand launched surveillance drones to curb mining and deforestation. Amazing, very good idea. ਇਹ ਕਿੰਨਾ ਕੁ progressive ਹੋ ਸਕਦਾ ਸਰ? ਤੇ ਮੈਨੂੰ ਤੇ ਕੋਈ ਸਾਈ-ਫਾਈ ਮੂਵੀ ਲੱਗਦੀ ਪਈ ਹੈ. It is very good. ਜੀ ਬਹੁਤ ਵਧੀਆ ਤਰੀਕਾ ਹੈ ਨਾ ਆਫ ਕੋਰਸ ਮੈਨੂਅਲ ਇੰਟਰਵੈਂਸ਼ਨ ਦੇ ਨਾਲ ਇੱਕ ਸਮਾਰਟ ਡਰੋਨ ਸਿਸਟਮ ਲਿਆਂਦਾ ਜਾਵੇ ਜਿਹਦਾ ਇੱਕ ਕੰਟਰੋਲ ਰੂਮ ਬਣਾਇਆ ਜਾਵੇ ਜਿੱਥੋਂ ਪਤਾ ਚੱਲੇ ਉਹ ਸਿਸਟਮ ਆਟੋਮੈਟਿਕਲੀ ਡਿਟੈਕਟ ਕਰੇ ਤੇ ਨੋਟੀਫਾਈ ਕਰੇ ਆਟੋਮੇਸ਼ਨ ਬਹੁਤ ਜ਼ਰੂਰੀ ਹੈ ਜਦੋਂ ਆਟੋਮੇਸ਼ਨ ਹੋਏਗੀ ਤੇ ਆਪਣੇ ਆਪ ਸਿਗਨਲ ਜਾਏਗਾ ਕਿ ਵੀ ਇੱਥੇ ਡੀਫੋਰੈਸਟੇਸ਼ਨ ਹੋ ਰਹੀ ਹੈ ਮਤਲਬ ਜਾਂ ਤੇ ਪੇੜ ਕੱਟਦੇ ਪਏ ਨੇ ਜਾਂ ਮਾਈਨਿੰਗ ਹੋ ਰਹੀ ਹੈ ਉਹ ਸਿਸਟਮ ਨੂੰ ਉਸ ਤਰੀਕੇ ਨਾਲ ਡਿਵੈਲਪ ਕਰਨਾ ਪਏਗਾ ਐਂਡ ਇਟ ਇਜ਼ ਕੁਆਇਟ ਪੋਸੀਬਲ ਥੀਸ ਡੇਜ਼ ਜੀ ਤੇ ਇਹ ਇਨੀਸ਼ੀਏਟਿਵ ਮੈਂ ਕਹਿੰਦਾ ਕਿ ਪੂਰੇ ਇੰਡੀਆ 'ਚ ਹੋਣਾ ਚਾਹੀਦਾ ਵਾਈ ਜਸਟ ਪੰਜਾਬ ਇਹ ਤੇ ਆਈ ਥਿੰਕ ਸੈਲੂਟ ਟੂ ਦੀ ਮਿਨਿਸਟਰ ਫॉर ਕਮਿੰਗ ਅਪ ਵਿਦ ਦਿਸ ਵੰਡਰਫੁਲ ਆਈਡੀਆ ਇਹਨੂੰ ਜੇ ਇਮਾਨਦਾਰੀ ਨਾਲ ਵਧੀਆ ਤਰੀਕੇ ਨਾਲ ਇੰਪਲੀਮੈਂਟ ਕੀਤਾ ਜਾਂਦਾ ਇਟ ਵਿਲ ਬੀ ਅ ਗੇਮ ਚੇਂਜਰ ਜੀ ਤੇ ਹੁਣ ਆਪਾਂ ਜੇ ਗੱਲ ਕਰਦੇ ਪਏ ਆ ਯੂ نو ਗੁਰਲੀਨ ਇਹਦੀ ਡਰੋਨ ਸਿਸਟਮ ਦੀ ਲੋਕਾਂ ਦੀ ਸੇਫਟੀ ਲਈ ਵਰਤਿਆ ਜਾ ਸਕਦਾ ਅੱਜ ਸਿਸਟਮ ਇਹੋ ਜਿਹੇ ਬਣਾਏ ਜਾ ਸਕਦੇ ਆ ਕਿ ਦੇ ਆਰ ਅਕ੍ਰੋਸ ਦੀ ਸਿਟੀਜ਼ ਆਲਸੋ ਜੇ ਕੋਈ ਯੂ نو ਕੁੜੀ ਪ੍ਰੋਬਲਮ 'ਚ ਹੈ ਕੋਈ ਬੱਚਾ ਪ੍ਰੋਬਲਮ 'ਚ ਹੈ ਜਾਂ ਕੋਈ ਟ੍ਰੈਫਿਕ ਜਾਂ ਕੋਈ ਹੋਰ ਕ੍ਰਾਈਮ ਹੋ ਰਿਹਾ ਹੈ ਦੇ ਕੈਨ ਸੀ ਜਦੋਂ ਲੋਕਾਂ ਨੂੰ ਪਤਾ ਹੋਏਗਾ ਕਿ ਵੀ ਆਰ ਬੀਇੰਗ ਆਬਜ਼ਰਵਡ ਸੀਸੀਟੀਵੀ ਕੈਮਰੇ ਕੀ ਨੇ ਡਰੋਨ ਵੀ ਕੀ ਹੈ ਉੜਦਾ ਹੋਇਆ ਸੀਸੀਟੀਵੀ ਕੈਮਰਾ ਫਿਕਸਡ ਹੁੰਦਾ ਹੈ ਉੜਦਾ ਹੋਇਆ ਸੀਸੀਟੀਵੀ ਕੈਮਰਾ ਇਟ ਇਜ਼ ਦ ਸੇਮ ਥਿੰਗ ਨਾ ਜੀ ਜੇ ਆਪਾਂ ਇਹ ਟੈਕਨੋਲੋਜੀਜ਼ ਨੂੰ ਅਡਾਪਟ ਕਰਨਾ ਸ਼ੁਰੂ ਕਰਾਂਗੇ ਅਸੀਂ ਆਪਣੀ ਸੋਸਾਇਟੀ ਨੂੰ ਸੇਫ ਵੀ ਕਰਾਂਗੇ ਆਫ ਕੋਰਸ ਲੋਕੀ ਇਹਦੀ ਦੂਜੀ ਸਾਈਡ ਵੀ ਕੁਐਸਚਨ ਕਰਨਗੇ ਪ੍ਰਾਈਵੇਸੀ ਯੂ نو ਸਟੇਟ ਕੰਟਰੋਲ ਬਟ ਆਈ ਥਿੰਕ ਇਹ ਓਵਰ ਹਾਈਪਡ ਚੀਜ਼ਾਂ ਨੇ ਤੁਸੀਂ if you are doing the certain things right safety ਜ਼ਿਆਦਾ ਜ਼ਰੂਰੀ ਹੈ that is the need of the hour at this point of time ਕਿ ਆਪਾਂ ਪੂਰਾ এনवायरमेंट ਅੱਜ ਆਪਾਂ ਜੰਗਲਾਂ ਨੂੰ ਸੇਵ ਕਰ ਰਹੇ ਹਾਂ ਆਪਣੀ ਜ਼ਮੀਨ ਨੂੰ ਸੇਵ ਕਰ ਰਹੇ ਹਾਂ ਨਾ ਜੀ ਅਸੀਂ ਆਪਣੇ ਲੋਕਾਂ ਨੂੰ ਵੀ ਇਹਦੇ ਥਰੂ ਸੇਵ ਕਰ ਸਕਦੇ ਹਾਂ lot of crimes could be prevented ਜਦੋਂ ਬੰਦੇ ਨੂੰ ਪਤਾ ਹੈ ਕਿ ਭਾਈ ਉੱਤੋਂ ਕੋਈ ਵੀ ਉੱਪਰ ਵਾਲਾ ਦੇਖ ਰਿਹਾ ਹੈ ਨਾ ਕੋਈ ਵੀ ਬੰਦਾ ਜਦੋਂ ਯੂ نو ਅੰਡਰ ਆਬਜ਼ਰਵੇਸ਼ਨ ਹੋਏਗਾ ਉਹਦਾ ਬਿਹੇਵੀਅਰ ਥੋੜਾ ਬੈਟਰ ਹੋਏਗਾ ਜੀ ਸਰ ਸਰ ਟਰਾਂਸਪੋਰਟ ਮਿਨਿਸਟਰ ਲਾਲਜੀਤ ਸਿੰਘ ਭੁੱਲਰ ਨੇ ਹਦਾਇਤ ਦਿੱਤੀ ਹੈ ਡਿਫਾਲਟਰ ਬੱਸ ਆਪਰੇਟਰਸ ਨੂੰ ਟੈਕਸ ਭਰਨ ਦੀ ਜਲਦ ਤੋਂ ਜਲਦ ਨਹੀਂ ਤਾਂ ਉਹਨਾਂ ਦੇ ਵਹੀਕਲਸ ਨੇ ਜਿਹੜੇ ਉਹ ਨਵੇਂ ਟਾਈਮ ਟੇਬਲ ਦੇ ਵਿੱਚ ਇਨਕਲੂਡ ਨਹੀਂ ਹੋਣਗੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਇੰਪਲੀਮੈਂਟ ਕਰਨ ਦੇਖੋ ਇਹਦੇ ਵਿੱਚ ਤੇ ਮੈਂ ਕੋਈ ਵੀ ਯੂ نو ਨੋ ਵਨ ਸ਼ੁਡ ਅਪੋਜ਼ ਇਟ ਕੌਣ ਕਹੇਗਾ ਨਹੀਂ ਜੀ ਤੁਸੀਂ ਚੱਲਣ ਦਿਓ ਲੋਕਾਂ ਨੂੰ ਤਕਲੀਫ ਨਾ ਹੋਵੇ ਟੇਕ ਓਵਰ ਕਰੋ ਫਾਈਨਸ ਲਾਓ ਉਹਨਾਂ ਦੀ ਸਾਰਿਆਂ ਦੀ ਪਬਲਿਕ ਕਰੋ ਕਿ ਭਈ ਹਰ ਕਿਸੇ ਦੇ ਇੰਨੇ ਡਿਊ ਨੇ ਹੁਣ ਆ ਪੇਮੈਂਟ ਇਸ ਡੇਟ ਤੱਕ ਆਣੀ ਚਾਹੀਦੀ ਹੈ ਇਸ ਅਕਾਊਂਟ 'ਚ ਜਮ੍ਹਾਂ ਕਰਾ ਦਿਓ ਕੋਈ ਇੱਥੇ ਸੁਣਵਾਈ ਨਹੀਂ ਕੁਛ ਨਹੀਂ ਜੇ ਲੈਟ ਸੇ ਤੁਹਾਨੂੰ ਇਹ ਲੱਗਦਾ ਹੈ ਕਿ ਇਸ ਪੈਸੇ ਦੇ ਉੱਤੇ ਕਿਉਂਕਿ ਐਂਡ ਵਿੱਚ ਕਰਪਸ਼ਨ ਕਦੋਂ ਹੁੰਦੀ ਜਦੋਂ ਲੋਕਾਂ ਨਾਲ ਮਿਲਦੇ ਆ ਸਿਸਟਮ ਨੂੰ ਆਟੋਮੇਟ ਕਰੋ ਠੀਕ ਹੈ ਨਾ ਉਸ ਤੋਂ ਬਾਅਦ ਤੁਸੀਂ ਦੁਬਾਰਾ ਆ ਸਕਦੇ ਹੋ ਜੇ ਤੁਸੀਂ ਨਹੀਂ ਕਰ ਸਕਦੇ ਸਟਾਪ ਫਲਾਈਂਗ ਯੋਰ ਬੱਸਸ ਉਹਨਾਂ ਦੀਆਂ ਬੱਸਸ ਟੇਕ ਓਵਰ ਕਰੋ ਪ੍ਰੋਸੈਸ ਨੂੰ ਫਾਸਟ ਕਰੋ ਜੀ ਆਈ ਥਿੰਕ that is important ਕਿ ਆਪਾਂ ਪ੍ਰੋਸੈਸ ਨੂੰ ਫਾਸਟ ਕਰੀਏ जी है ना सर इस तो अलावा इनसाइट्स में हमने हमेशा बात करी है रशिया यूक्रेन वॉर को लेके पीस टॉक्स बिटवीन रशिया एंड यूक्रेन में टेक प्लेस इन टर्की क्या उम्मीदें हैं देखो वी शुड ऑलवेज बी होपफुल पर it is a very complex game being played Ukraine unfortunately is not the decision maker for themselves they have lost their sovereignty they don't take decision for themselves you know NATO and other countries USA is taking decision for them so as long as you know they are not in control of their own destiny it will create उनके लिए ये चीज़ें प्रॉब्लम रहेंगी that you know this NATO Ukraine crisis will become a problem for them and it is मैंने word use किया NATO Ukraine crisis because that is one core part of the अभी तक हम इसको रशिया यूक्रेन क्राइसिस बोलते हैं पर इसको NATO Ukraine crisis भी बोलना चाहिए because NATO is going to play a major role in this whole thing and it is creating a very dangerous situation for the entire world. सर न्यूक्लियर वॉर को लेके क्या संभावना है? Look you know as long as NATO direct intervention नहीं करता है there is very little chance of nuclear intervention अगर let's suppose you know tomorrow रशिया भी अपने उन कार्ड्स को होल्ड करके ये बैठा है कि लास्ट अगर उन्होंने पहले ही न्यूक्लियर अटैक कर दिया तो then it is open right now I think they are in control despite western media जो मर्जी बोले कि वो अंदर नहीं घुस पा रहे हैं ये नहीं कर रहे हैं they are pummeled the Ukraine
टू ग्राउंड, उनका सारा इंफ्रास्ट्रक्चर तोड़ दिया, डीमिलिटराइज कर दिया, उनके मेजर मिलिट्री इंस्टॉलेशंस को तोड़ दिया, वहाँ पे वो कंट्रोल में 2 इंडिपेंडेंट उन्होंने एरियाज बना दिए, रीजन्स बना दिए हैं, तो दे आर अचीविंग ऑल देयर गोल्स. Western media is just trying to make themselves feel good by saying that Russia is not achieving its goal. Russia is achieving all its goal. वो कभी कह रहे हैं जी उनकी मिसाइल अब इतनी इफेक्टिव नहीं रह गई है. What does it? अब वो कह रहे हैं कि उनकी रशियन मिलिट्री की जो इमेज थी वो खराब हो रही है क्योंकि वो अंदर नहीं घुस पा रहे हैं. वो अंदर क्यों घुसेंगे? वहाँ पे आप इमेजिन करो कि एक शहर के अंदर आपको घुसना है, घरों के अंदर लोग छुप के बैठे हैं आपको गोली मारने के लिए. Why would they take that risk? वो वहाँ से मिसाइलें छोड़ रहे हैं. 3 महीने बाद जब वो उनकी सप्लाई रोक देंगे, अपने आप सारे बाहर आएंगे. तो इसका मतलब ये है कि वेस्टर्न मीडिया इज प्रोपोगेटिंग दिस वॉर. और जो बाइडेन का जो भी यूरोपियन टूर था, इट वाज अ डिजास्टर. ही हैज लॉस्ट कंट्रोल ओवर हिमसेल्फ. मतलब मैं हैरान हूं, मेरे को तो लगता है कि जो अपने डोनाल्ड ट्रंप इनसे ज्यादा स्टेबल प्रेसिडेंट थे. ही इज 80 ईयर ओल्ड. देखो हमें सिंपैथी है जब बंदा कोई बुजुर्ग होता है, उसका अपने पे कंट्रोल खत्म, बट एक बंदा जो यूएसए का प्रेसिडेंट है, जब उसका अपने पे कंट्रोल खत्म हो जाए तो इट बिकम्स वेरी डेंजरस. आप पिछले कुछ 2-3 इंसिडेंट्स देख लो. उन्होंने उनकी वीडियो एक मैंने देखी थी यूट्यूब पे. ही वाज टॉकिंग टू द यूएस सोल्जर्स यूरोप नेटो कंट्रीज में, पोलैंड में या किसी और कंट्री में जहाँ पे नेटो फोर्सेस हैं, और वो उनको बोल रहा है कि भाई सून आप देखेंगे वहाँ पे जाके, यूक्रेन में जाके, यू विल सी that what is happening and what kind of torture is being done and all that. And no one was aware that even White House was not aware that they are sending their soldiers to Ukraine. उनको फिर वो स्टेटमेंट वापस लेनी पड़ी थी, हमारे कोई सोल्जर्स यूक्रेन नहीं जा रहे हैं. वो लोग भी देख रहे हैं अपने प्रेसिडेंट की तरफ. एंड दिस इज नॉट द फर्स्ट टाइम व्हाइट हाउस को उनकी स्टेटमेंट को कॉन्ट्राडिक्ट करना पड़ा. अभी एक प्रेस कॉन्फ्रेंस में उनसे पूछा गया कि अगर आप कह रहे हो रशिया केमिकल वेपन यूज करेगा, तो अगर रशिया केमिकल वेपन यूज करेगा तो आपका क्या रिएक्शन होगा? वो कहते हैं जी वी विल, ये हाइपोथेटिकल क्वेश्चन है, इस पर जवाब देने की भी जरूरत नहीं है जी. और उन्होंने बोल दिया जी वी विल रिस्पॉन्ड इन काइंड. इसका मतलब कि यूएस भी केमिकल वेपन यूज करेगा, जबकि यूएस की हमेशा से ये स्टेट पॉलिसी रही है कि केमिकल वेपन्स आर नॉट ह्यूमैनिटेरियन वेपन्स, उसका किसी भी हालत में यूज नहीं होना चाहिए. एंड दे डोंट यूज केमिकल वेपन्स इन एनी स्टेट. पर उन्होंने ये बोल दिया. उनको बाद में वो आंखें बंद करके सोच रहे हैं कि वहां पे लिखा क्या था. नहीं, वो सिचुएशन आएगी तो हम देखेंगे. तब उन्होंने बोला. अब आप एक बंदा, आई डोंट नो इफ यू आर अवेयर, अभी कुछ साल पहले उन्होंने प्लास्टिक सर्जरी करवाई थी, राइट? सो ही इज एन 80 ईयर ओल्ड गाय एंड ही इज वन ऑफ द मोस्ट पावरफुल मैन इन द वर्ल्ड. उनका डिसीजन देखो, वो तो फॉरेन पॉलिसी यूएस प्रेसिडेंट के बोलने से चेंज हो जाती है. अगर लेट्स सपोज वो दूसरा देश क्या सोचेगा कि ये शायद डिस्कशन हुई हो, इट विल क्रिएट डाउट्स. जब डाउट्स क्रिएट होंगे तो एस्केलेशन बढ़ने के और चांसेस बढ़ जाएंगे. बिल्कुल. तो आई थिंक दे शुड पुट इन, मैंने पहले बोला था कि अगर आपने बिडेन को यूरोप भेजने का मतलब है कि आप एक आर्सनिस्ट को तेल का डिब्बा देके जहां पे आग लगी हुई है वहां पे भेज रहे हो जी. वो कोई प्रॉब्लम सॉल्व नहीं कर सकते, प्रॉब्लम बढ़ा के जरूर आ सकते हैं. एंड एग्जैक्टली दैट इज व्हाट ही हैज डन. ही हैज गिवन लॉट ऑफ रीजंस. आप रशिया को आप रीजन दे रहे हो जी, आपका प्रेसिडेंट बोल रहा था तो हमने तो प्रिवेंटिवली एक्शन लिए, आप हम पे केमिकल वॉर करने वाले थे इसलिए हमने आप पे किए. सो यू आर गिविंग देम रीजंस टू एस्केलेट इफ दैट इज देयर गोल. आई होप जो आपका प्राइमरी क्वेश्चन था कि न्यूक्लियर वॉर जब तक नेटो की डायरेक्ट इंटरवेंशन नहीं होगी तब तक नहीं होगी, पर अगर नेटो में से यूएस का रोल, एटलीस्ट जो बाइडेन का रोल कम करने की जरूरत है, और कुछ मैच्योर हेड्स जो स्ट्रेटेजिकली सोच पाए, जो इस वक्त आई अंडरस्टैंड, हम अपने बुजुर्गों की रिस्पेक्ट करते हैं, और जो बाइडेन भी अब वो बुजुर्ग है, 80 साल के वो होने वाले हैं, तो इट इज़ अ वेरी डिफिकल्ट सिचुएशन. Thank you so much for your views, sir. I hope this will help people to comprehend the situation. ऐसे मीनिंगफुल इनसाइट्स के लिए जुड़े रहिए हमारे चैनल के साथ, एंड डू नॉट फॉरगेट टू सब्सक्राइब टू आवर चैनल एंड डाउनलोड आवर ऐप. धन्यवाद.